ਤੇ ਤੁਹਾਡੀ ਲਿਮਿਟ $8,000 ਦੀ ਹੈਗੀ ਆ ਜੀ ਤੇ ਤੁਸੀਂ ਸੋਚੀ ਬੈਠੇ ਵੀ ਮੇਰੇ ਕੋਲ ਤਾਂ $8,000 ਇਨਵੈਸਟਮੈਂਟ ਕਰਨ ਲਈ ਹੈ ਨਹੀਂ ਤੇ ਮੈਂ ਅਕਾਊਂਟ ਹੀ ਨਹੀਂ ਖੋਲਣਾ। ਜੀ ਦੇਖੋ, ਜੇ ਤੁਸੀਂ ਅਕਾਊਂਟ ਨਹੀਂ ਖੋਲਿਆ ਤੁਹਾਡੀ 8,000 ਦੀ ਲਿਮਿਟ ਜਿਹੜੀ ਆ ਉਹ ਕੈਰੀ ਫੋਰਵਰਡ ਨਹੀਂ ਹੋਣੀ। ਇਹ ਬੜੇ ਸਾਰੇ ਲੋਕਾਂ ਨੂੰ ਇਹ ਭੁਲੇਖਾ ਆ ਵੀ ਜਿਵੇਂ RSP ਦੀ ਲਿਮਿਟ ਜਿਹੜੀ ਕੈਰੀ ਫੋਰਵਰਡ ਹੋ ਜਾਂਦੀ ਹੈ ਅਗਲੇ ਸਾਲ, ਟੈਕਸ ਫ੍ਰੀ ਸੇਵਿੰਗ ਅਕਾਊਂਟ ਦੀ ਲਿਮਿਟ ਵੀ ਕੈਰੀ ਫੋਰਵਰਡ ਹੋ ਜਾਂਦੀ ਹੈ ਜੀ, ਪਰ FHSA ਅਕਾਊਂਟ ਦੀ ਲਿਮਿਟ ਕੈਰੀ ਫੋਰਵਰਡ ਨਹੀਂ ਹੋਣੀ। ਇਹਦਾ ਨਤੀਜਾ ਇਹ ਹੋਏਗਾ ਵੀ ਅਗਲੇ ਬੁੱਧਵਾਰ ਨੂੰ ਜਿਹੜੀ ਸਾਡੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈਗੀ ਆ ਇੰਟਰਸਟ ਬਾਰੇ, ਇਹਦੇ 'ਚ ਬਹੁਤ ਘੱਟ ਸੰਭਾਵਨਾ ਹੈ, ਲੈਸ ਦੈਨ 10% ਚਾਂਸ ਨੇ ਕੋਈ ਇੰਟਰਸਟ ਵਧਾਉਣਗੇ। ਟੈਸਲਾ ਕੰਪਨੀ ਦੀ, ਟੈਸਲਾ ਇਜ਼ ਅਨਦਰ ਵੈਰੀ ਬਿਗ ਕੰਪਨੀ, ਉਹਦੀ ਜਿਹੜੀ ਅਰਨਿੰਗ ਰਿਪੋਰਟ ਆਈ ਆ ਉਹ ਵੀ ਕੋਈ ਚੰਗੀ ਰਿਪੋਰਟ ਨਹੀਂ ਆਈ। ਉਹਦੇ ਸ਼ੇਅਰ ਵੀ ਡਾਊਨ ਗਏ ਨੇ, ਮੈਨੂੰ ਪਤਾ ਲੱਗਿਆ। ਸ਼ੇਅਰ ਕੱਲ ਸਰ 9-10% ਥੱਲੇ ਗਿਆ। ਅੱਜ ਫਿਰ ਬਿਫੋਰ ਮਾਰਕੀਟ ਦੇ ਫਿਊਚਰ ਜਿਹੜੇ ਸੀ ਡਾਊਨ ਸੀਗੇ। ਉਹਦੀ ਵਜ੍ਹਾ ਇਹ ਹੈ ਸਰ ਕਿ ਉਹਨੇ ਜਿਹੜਾ ਸਾਈਬਰ ਟਰੱਕ, ਇੱਕ ਬੜੀ ਦੁਨੀਆ ਦੀ ਉਮੀਦ ਸੀਗੀ ਵੀ ਉਹ ਸਾਈਬਰ ਟਰੱਕ ਤੇ ਉਹਨਾਂ ਨੇ ਕਿਹਾ ਵੀ ਸਾਈਬਰ ਟਰੱਕ ਜਿਹੜਾ ਮੈਂ ਜੇ ਲੈ ਕੇ ਆਵਾਂਗਾ ਵੀ 1.5 ਤੋਂ 2 ਸਾਲ ਕੋਈ ਪ੍ਰੋਫਿਟ ਨਹੀਂ ਆਉਣਾ। ਟੈਕਸ ਬਚਾਉਣਾ, ਟੈਕਸ ਸੇਵ ਕਰਨਾ, ਜੇ ਆਪਾਂ ਲੀਗਲ ਤਰੀਕੇ ਦੇ ਨਾਲ ਟੈਕਸ ਸੇਵ ਕਰਨਾ ਉਹਦੇ ਬਾਰੇ 'ਚ ਕੀ ਸਟ੍ਰੈਟੇਜੀਜ਼ ਹੋ ਸਕਦੀਆਂ, ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਧਿਆਨ ਦਿੱਤਾ ਜਾ ਸਕਦਾ, ਆਪਾਂ ਇਹਦੇ ਬਾਰੇ 'ਚ ਥੋੜ੍ਹੀ ਜਿਹੀ ਗੱਲਬਾਤ ਕਰੀਏ। ਹਫ਼ਤੇ ਦੇ ਅਖੀਰ ਦੇ ਉੱਤੇ ਜੀ ਜ਼ਰੂਰੀ ਹੁੰਦਾ ਲੇਖਾ ਜੋਖਾ ਕਰਨਾ, ਅਤੇ ਲੇਖਾ ਜੋਖਾ ਕਰਨਾ ਆਪਣੇ ਆਰਥਿਕ ਮਾਮਲਿਆਂ ਦਾ, ਆਪਣੇ ਪਰਸਨਲ ਮਾਮਲਿਆਂ ਦਾ। ਅਸੀਂ ਇਸ ਹਫ਼ਤੇ ਦੇ ਵਿੱਚ ਕੀ ਖੱਟਿਆ, ਕੀ ਗਵਾਇਆ, ਸਰਕਾਰ ਨੇ ਸਾਡੇ ਲਈ ਕੀ ਕੀਤਾ ਅਤੇ ਬਾਜ਼ਾਰ ਦੇ ਵਿੱਚ ਕੀ ਉਥਲ ਪੁਥਲ ਹੋਈ ਹੈ। ਅਤੇ ਤੁਸੀਂ ਸਾਰੇ ਜਾਣਦੇ ਹੋ ਹਫ਼ਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸਾਡੇ ਨਾਲ ਸ਼ਾਮਲ ਹੁੰਦੇ ਨੇ ਸੁਰਿੰਦਰਪਾਲ ਜੀ, ਜੋ ਸਾਨੂੰ ਜਾਣਕਾਰੀ ਦਿੰਦੇ ਨੇ ਮਾਰਕੀਟ ਦੇ ਬਾਰੇ ਦੇ ਵਿੱਚ, ਮਾਰਕੀਟ ਦੇ ਇਸ ਵੇਲੇ ਦੇ ਕੀ ਹਾਲਾਤ ਨੇ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਵੇਲੇ ਹਾਜ਼ਰ ਹੋ ਚੁੱਕੇ ਨੇ ਜੀ। ਆਓ ਪਹਿਲਾਂ ਉਹਨਾਂ ਨੂੰ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਸੁਰਿੰਦਰਪਾਲ ਜੀ, ਸਵਾਗਤ ਆਪ ਜੀ ਦਾ ਗੁੱਡ ਮਾਰਨਿੰਗ ਟੋਰਾਂਟੋ 'ਚ। ਥੈਂਕ ਯੂ ਵੈਰੀ ਮਚ ਜਤਿੰਦਰ ਜੀ, ਆਪ ਜੀ ਨੂੰ ਵੀ ਔਰ ਰੈਡ FM ਦੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਜੀ, ਅਤੇ ਤੁਸੀਂ ਫਿਰ ਇਸ ਵਾਰੀ ਆਪਣੀ ਸਾਰੀ ਜਾਣਕਾਰੀ ਜਿਹੜੀ ਹੈਗੀ ਜੀ ਕੰਸੋਲੀਡੇਟ ਕਰਕੇ ਲੈ ਆਏ ਹੋ, ਅਤੇ ਆਪਾਂ ਸ਼ੁਰੂ ਕਰੀਏ ਜੀ। ਫਿਰ ਆਪਾਂ ਪਹਿਲਾਂ ਮਾਰਕੀਟ ਦੇ ਇਸ ਵੇਲੇ ਜਿਹੜੇ ਹਾਲਾਤ ਨੇ, ਮਾਰਕੀਟ ਰੈਪ ਅਪ ਦੇ ਨਾਲ ਪਹਿਲਾਂ ਆਪਾਂ ਅੱਜ ਦੇ ਸ਼ੋਅ ਦਾ ਆਗਾਜ਼ ਕਰਦੇ ਹਾਂ। Sure, Jatinder ji, this week market has been pretty volatile. There has been triple digit losses, ਚਾਹੇ ਉਹ ਟੋਰਾਂਟੋ ਸਟਾਕ ਇੰਡੈਕਸ ਹੋਏ, ਡਾਓ ਜੋਨਸ ਹੋਏ, ਨੈਸਡੈਕ ਹੋਏ ਜੀ। ਉਹਦੀ ਵਜ੍ਹਾ ਇਹ ਵੀ ਹੈਗੀ ਹੈ ਕਿ ਠੀਕ ਹੈ, ਜਿਹੜਾ ਅਕਤੂਬਰ 7 ਨੂੰ ਹਮਾਸ ਨੇ ਇਜ਼ਰਾਈਲ ਤੇ ਅਟੈਕ ਕੀਤਾ ਹੈ, ਉਹਦੇ ਕਰਕੇ ਮਾਰਕੀਟ 'ਚ ਚਿੰਤਾ ਹੈਗੀ ਆ ਜੀ। ਤੁਸੀਂ ਦੇਖੋ, ਅਕਤੂਬਰ 7 ਨੂੰ ਅਟੈਕ ਕੀਤਾ, ਅੱਜ 20 ਤਰੀਕ ਹੈਗੀ ਹੈ, 12-13 ਦਿਨ ਦੇ ਅੰਦਰ oil has gone up from $80 per barrel to $90 per barrel. ਆਇਲ ਦਾ ਉੱਤੇ ਵਧਣਾ ਇਹ ਸਿਰਦਰਦੀ ਹੈ ਇਨਫਲੇਸ਼ਨ ਲਈ ਵੀ, ਬਿਲਕੁਲ। ਔਰ ਸੈਕਿੰਡ ਜਿਹੜਾ ਗੋਲਡ ਹੈ, ਗੋਲਡ ਹੈਜ਼ ਗੋਨ ਅਪ ਬਾਈ ਮੋਰ ਦੈਨ $100 ਪਰ ਆਉਂਸ। ਗੋਲਡ ਕਰੀਬ $2,000 ਪਰ ਆਉਂਸ ਦੇ ਕਰੀਬ ਪਹੁੰਚਣ ਵਾਲਾ ਹੈ ਜੀ। ਸੋ ਗੋਲਡ ਇਜ਼ ਕੰਸੀਡਰਡ ਐਜ਼ ਅ ਸੇਫ ਹੈਵਨ ਜਦੋਂ ਵੀ ਇਹੋ ਜਿਹੀ ਵੋਲੇਟਿਲਿਟੀ ਔਰ ਅਨਸਰਟਨਟੀ ਆਉਂਦੀ ਆ। ਔਰ ਗੋਲਡ ਔਰ ਆਇਲ ਦਾ ਦੋਨਾਂ ਦੇ ਉੱਤੇ ਜਾਣਾ ਸਾਡੇ ਟੋਰਾਂਟੋ ਸਟਾਕ ਇੰਡੈਕਸ ਨੂੰ ਹੈਲਪ ਕਰਦਾ ਆ। ਕਿਉਂਕਿ ਵੀ ਆਰ ਕਮੋਡਿਟੀ ਹੈਵੀ ਸਟਾਕ ਐਕਸਚੇਂਜ। ਗੋਲਡ ਦੀ ਕਈ ਕੰਪਨੀਆਂ ਲਾਈਕ ਸਪੈਸ਼ਲੀ ਬਾਰਰਿਕ ਗੋਲਡ ਵਿਚ ਇਜ਼ ਸੈਕੰਡ ਲਾਰਜੈਸਟ ਗੋਲਡ ਕੰਪਨੀ ਇਨ ਦ ਵਰਲਡ, ਉਹ ਸਾਡੇ ਇੱਥੋਂ ਦੀ ਹੈ। ਆਇਲ ਦੀ ਕੰਪਨੀਆਂ ਵੀ ਖਾਸ ਤੌਰ 'ਤੇ ਸਨਕੋਰ ਐਨਰਜੀ, ਇਹਨਾਂ ਨੂੰ ਕਾਫੀ ਹੈਲਪ ਕਰਦਾ ਹੈਗਾ। ਪਰ ਇਸ ਹਫ਼ਤੇ ਜਿਹੜੀਆਂ ਅਰਨਿੰਗਸ ਆਈਆਂ ਨੇ, ਖਾਸ ਤੌਰ 'ਤੇ ਮੈਂ ਜ਼ਿਕਰ ਕਰਾਂਗਾ ਅਮਰੀਕਨ ਬੈਂਕਸ ਦੀ, ਕਿਉਂਕਿ ਦੇਖੋ ਬੈਂਕਸ ਦੀ ਅਰਨਿੰਗ ਜਿਹੜੀ ਹੈ, ਬੈਂਕ ਜਿਹੜੇ ਨੇ ਇੱਕ ਤਰ੍ਹਾਂ ਦੀ ਰੀੜ ਦੀ ਹੱਡੀ ਹੁੰਦੇ ਨੇ ਇਕੋਨਮੀ ਦੀ, ਬਿਲਕੁਲ। ਔਰ ਬੈਂਕਸ ਦੀ ਅਰਨਿੰਗ ਇੱਕ ਬੈਲ ਵੈਦਰ ਹੈਗੀ ਹੈ, ਤੁਹਾਨੂੰ ਦੱਸਦੀ ਹੈ ਵੀ ਇਕੋਨਮੀ ਕਿਸ ਪਾਸੇ ਚੱਲ ਰਹੀ ਹੈ। ਦੇਖੋ, ਲਾਸਟ ਵੀਕ ਖਾਸ ਤੌਰ 'ਤੇ ਅਰਨਿੰਗ ਆਈ ਸੀਗੀ ਸਿਟੀ ਬੈਂਕ ਦੀ ਔਰ JP ਮੋਰਗਨ ਦੀ। ਇਸ ਹਫ਼ਤੇ ਬੈਂਕ ਆਫ ਅਮਰੀਕਾ ਦੀ ਹੈ, ਗੋਲਡਮੈਨ ਸੈਕ ਦੀ ਹੈ, ਮੋਰਗਨ ਸਟੈਨਲੀ ਦੀ ਹੈ। ਆਲ ਦੀਜ਼ ਕੰਪਨੀਜ਼ ਨੇ ਜਿਹੜਾ ਹੈ ਐਕਸਪੈਕਟੇਸ਼ਨਸ ਨੂੰ ਬੀਟ ਕੀਤਾ। ਖਾਸ ਤੌਰ 'ਤੇ ਬੈਂਕ ਆਫ ਅਮਰੀਕਾ ਨੇ ਤੇ ਰੋਬਸਟ ਪ੍ਰੋਫਿਟ ਪੇਸ਼ ਕੀਤਾ ਹੈ ਜੀ, ਜਿਹੜਾ ਕਿ ਪਿਛਲੇ 10 ਸਾਲ 'ਚ ਕੋਈ ਇੰਨਾ ਪ੍ਰੋਫਿਟ ਨਹੀਂ ਸੀਗਾ, ਉਹਨਾਂ ਉਸ ਤੋਂ ਵੱਧ ਉਹਨਾਂ ਨੇ ਪ੍ਰੋਫਿਟ ਪੇਸ਼ ਕੀਤਾ ਆ। ਪਰ ਇਸ ਦੇ ਬਾਵਜੂਦ ਜਿਹੜੇ ਬੈਂਕ ਦੇ ਸਟਾਕਸ ਥੱਲੇ ਜਾ ਰਹੇ ਨੇ, ਉਹਦੀ ਵਜ੍ਹਾ ਇਹ ਹੈ ਕਿ ਲੋਕਾਂ ਨੂੰ ਇਹ ਡਰ ਸਤਾ ਰਿਹਾ ਵੀ ਸ਼ਾਇਦ ਅਮਰੀਕਨ ਇਕਾਨਮੀ ਵੀ ਸਲੋ ਹੋ ਜਾਏਗੀ। ਲੇਕਿਨ ਅਮਰੀਕਨ ਇਕਾਨਮੀ ਦੇ ਜਿਹੜੇ ਆંકੜੇ ਆ ਉਹ ਇਹ ਦੱਸਦੇ ਆ ਕਿ ਅਮਰੀਕਨ, ਦੇਖੋ, ਰਿਟੇਲ ਨੰਬਰਸ ਹੈਜ਼ ਬੀਨ ਪ੍ਰੀਟੀ ਗੁੱਡ ਦਿਸ ਵੀਕ, ਔਰ ਅਮਰੀਕਨ ਦੀ ਹੋਲਸੇਲ ਪ੍ਰਾਈਸ ਇੰਡੈਕਸ ਇਜ਼ ਪ੍ਰੀਟੀ ਗੁੱਡ। ਅਮਰੀਕਾ ਦੇ ਜੌਬ ਨੰਬਰਸ ਆਰ ਗੁੱਡ, GDP ਸਟਿਲ ਗਰੋਇੰਗ। ਸਾਡੇ ਇੱਥੇ ਵਕਰ ਨਹੀਂ ਹੈ ਕਿ ਸਾਡੇ ਤੇ ਸੈਕਿੰਡ ਕੁਆਰਟਰ ਦੇ ਅੰਦਰ ਇਕਾਨਮੀ ਸ਼ਰਿੰਕ ਕੀਤੀ ਸੀ, ਅਗਸਤ ਦੇ ਅੰਦਰ ਸਟੈਂਡ ਸਟਿਲ ਸੀਗੀ। ਔਰ ਸਾਡੇ ਇਨਫਲੇਸ਼ਨ ਨੰਬਰ ਜਿਹੜੇ ਇਸ ਹਫ਼ਤੇ ਆਏ ਆ, ਬੜੇ ਚੰਗੇ ਨੰਬਰ ਆਏ ਆ। ਇਨਫਲੇਸ਼ਨ ਇਜ਼ 3.8%, ਜਿਹੜੀ ਕਿ ਪਿਛਲੇ ਮੰਥ 4% ਸੀਗੀ। ਐਕਸਪੈਕਟੇਸ਼ਨ ਇੰਨੀ ਚੰਗੀ ਨਹੀਂ ਸੀਗੀ, ਇਹ ਚੰਗੇ ਨੰਬਰ ਆਏ ਆ। ਇਹਦਾ ਨਤੀਜਾ ਇਹ ਹੋਏਗਾ ਵੀ ਅਗਲੇ ਬੁੱਧਵਾਰ ਨੂੰ ਜਿਹੜੀ ਸਾਡੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈਗੀ ਆ ਇੰਟਰਸਟ ਬਾਰੇ, ਇਹਦੇ 'ਚ ਬਹੁਤ ਘੱਟ ਸੰਭਾਵਨਾ ਹੈ, ਲੈਸ ਦੈਨ 10% ਚਾਂਸ ਨੇ ਕੋਈ ਇੰਟਰਸਟ ਵਧਾਉਣਗੇ। ਸੋ ਦਿਸ ਗਿਵਸ ਹਿਮ ਅ ਰੂਮ ਟੂ ਸਟੇ ਔਨ ਅ ਸਾਈਡ ਲਾਈਨ, ਜਿਹੜੇ ਕਿ ਬਹੁਤ ਸਾਰੇ ਲੋਕ ਉਮੀਦ ਕਰਦੇ ਸੀਗੇ। ਤੇ ਇਹ ਚੰਗੀ ਗੱਲ ਹੈ ਕਿ ਇਨਫਲੇਸ਼ਨ ਦੇ ਨੰਬਰ ਕੰਮ ਕਰ ਰਹੇ ਆ, ਲੇਕਿਨ
ਟਿਫ ਮੈਕਾਲਨ ਸਾਹਿਬ ਨੇ ਇਹ ਵੀ ਕਿਹਾ ਆ ਜੀ ਬਈ ਇਹਦਾ ਮਤਲਬ ਇਹ ਨਹੀਂ ਹੈ ਵੀ ਇਹ ਇੱਕ ਦੋ ਆંકੜੇ ਚੰਗੇ ਆ ਗਏ ਤਾਂ ਹੀ ਵਿਲ ਸਟੇ ਔਨ ਅ ਸਾਈਡ ਲਾਈਨ ਫੋਰ ਐਵਰ ਆਉਣ ਦੇ ਟਾਈਮ ਦੇ ਅੰਦਰ ਜੇ ਇਸ ਤਰ੍ਹਾਂ ਹੀ ਇਨਫਲੇਸ਼ਨ ਦੇ ਨੰਬਰ ਜੇ ਸਪੋਜ਼ ਮਾੜੇ ਆਉਂਦੇ ਆ ਜੀ ਤੇ ਫਿਰ ਹੋ ਸਕਦਾ ਫਿਰ ਦੁਬਾਰਾ ਉਹ ਇੰਟਰਸਟ ਵਧਾ ਦੇਣ ਜਿਸ ਤਰ੍ਹਾਂ ਕਿ ਅਮਰੀਕਾ ਦੇ ਤੁਹਾਨੂੰ ਦੇਖੋ ਨਵੰਬਰ 1 ਨੂੰ ਮੀਟਿੰਗ ਹੈਗੀ ਆ ਅਮਰੀਕਨਸ देयर आर मोर देन 50% ਚਾਂਸਸ ਨੇ ਕਿ ਉਹ ਆਪਣਾ ਇੰਟਰਸਟ ਵਧਾ ਦੇਣਗੇ ਅੱਛਾ ਪਰ ਓਵਰਆਲ ਜੇ ਤੁਸੀਂ ਦੇਖਦੇ ਹੈ ਜਿਸ ਤਰ੍ਹਾਂ ਤੁਸੀਂ ਦੇਖੋ ਟੈਸਲਾ ਕੰਪਨੀ ਦੀ ਟੈਸਲਾ ਇਜ਼ ਅਨਦਰ ਵੈਰੀ ਬਿਗ ਕੰਪਨੀ ਉਹਦੀ ਜਿਹੜੀ ਅਰਨਿੰਗ ਰਿਪੋਰਟ ਆਈ ਆ ਉਹ ਵੀ ਕੋਈ ਚੰਗੀ ਰਿਪੋਰਟ ਨਹੀਂ ਆਈ ਉਹਦੇ ਸ਼ੇਅਰ ਵੀ ਡਾਊਨ ਗਏ ਨੇ ਮੈਨੂੰ ਪਤਾ ਲੱਗਿਆ ਸ਼ੇਅਰ ਕੱਲ ਸਰ 9-10% ਥੱਲੇ ਗਿਆ ਅੱਜ ਫਿਰ ਬਿਫੋਰ ਆਵਰਸ ਬਿਫੋਰ ਮਾਰਕੀਟ ਦੇ ਫਿਊਚਰ ਜਿਹੜੇ ਸੀ ਡਾਊਨ ਸੀਗੇ ਉਹਦੀ ਵਜ੍ਹਾ ਇਹ ਹੈ ਸਰ ਕਿ ਉਹਨੇ ਜਿਹੜਾ ਸਾਈਬਰ ਟਰੱਕ ਇੱਕ ਬੜੀ ਦੁਨੀਆ ਦੀ ਉਮੀਦ ਸੀਗੀ ਵੀ ਉਹ ਸਾਈਬਰ ਟਰੱਕ ਤੇ ਉਹਨਾਂ ਨੇ ਕਿਹਾ ਵੀ ਸਾਈਬਰ ਟਰੱਕ ਜਿਹੜਾ ਮੈਂ ਜੇ ਲੈ ਕੇ ਆਵਾਂਗਾ ਵੀ 1.5 ਤੋਂ 2 ਸਾਲ ਕੋਈ ਪ੍ਰੋਫਿਟ ਨਹੀਂ ਆਉਣਾ ਪਲੱਸ ਉਹਨਾਂ ਦਾ ਦਾਰੋਮਦਾਰ ਲੱਗਿਆ ਹੋਇਆ ਬਈ ਜਿਹੜੀਆਂ ਉਹ ਕਾਰਾਂ ਬਣਾ ਰਹੇ ਨੇ ਉਹ ਕਾਰਾਂ ਦੀ ਕੀਮਤ ਘਟਾਈ ਜਾਵੇ ਜੀ ਹੁਣ ਜੇ ਨੈਚੁਰਲੀ ਗੱਲ ਹੈ ਜੇ ਕੀਮਤ ਘਟਾਉਣਗੇ ਤੇ ਕੰਪਨੀ ਦੇ ਪ੍ਰੋਫਿਟ ਤੇ ਉਹ ਅਸਰ ਪਏਗਾ ਇਸ ਕਰਕੇ ਜਿਹੜਾ ਹੈ ਇਨਵੈਸਟਰ ਜਿਹੜੇ ਟੈਸਲਾ ਦੇ ਹੈਗੇ ਨੇ ਉਹ ਸਟਾਕ ਨੂੰ ਡੰਪ ਕਰ ਰਹੇ ਨੇ ਔਰ ਕੁਝ ਇਸ ਹਫਤੇ ਜਿਹੜੇ ਚਿਪਸ ਦੇ ਸਟਾਕਸ ਨੇ ਉਹਨਾਂ ਤੇ ਵੀ ਗਾਜਗਿਰੀ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਅਮਰੀਕਾ ਨੇ ਖਾਸ ਤੌਰ ਤੇ ਇੱਕ ਐਨਵੀਡੀਆ ਬਹੁਤ ਵੱਡੀ ਕੰਪਨੀ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਬਣਾਉਂਦੀ ਆ ਜੀ ਤੇ ਅੰਡਰ ਦੀ ਸਰਟਨ ਸੈਕਸ਼ਨਸ ਆਫ ਵਾਰ ਉਹਨਾਂ ਨੇ ਰਿਸਟ੍ਰਿਕਟ ਕੀਤਾ ਆ ਵੀ ਜਿਹੜੀਆਂ ਅਮਰੀਕਨ ਕੰਪਨੀਆਂ ਨੇ ਉਹ ਆਪਣੇ ਇੱਕ ਖਾਸ ਤਰ੍ਹਾਂ ਦੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਯੂਜ਼ ਹੁੰਦੇ ਨੇ ਉਹਦੇ ਤੇ ਬੈਨ ਲਾਇਆ ਵੀ ਉਹ ਚਾਈਨਾ ਨੂੰ ਨਹੀਂ ਵੇਚ ਸਕਦੇ ਅੱਛਾ ਤੇ ਹੁਣ ਦੇਖੋ ਚਾਈਨਾ ਇਜ਼ ਆਲਸੋ ਸੈਕੰਡ ਲਾਰਜੈਸਟ ਇਕਨੋਮੀ ਬਿਲਕੁਲ ਤੇ ਇਸ ਕਰਕੇ ਜਿਹੜਾ ਹੈ ਉਹ ਚਿਪਸ ਦੀਆਂ ਕੰਪਨੀਆਂ ਖਾਸ ਤੌਰ ਤੇ ਜਿਵੇਂ ਐਨਵੀਡੀਆ ਹੈ ਅਪਲਾਈਡ ਮਟੀਰੀਅਲ ਹੈ AMD ਹੈ ਜਾਂ ਇੱਕ ਨੀਦਰਲੈਂਡ ਦੀ ਕੰਪਨੀ ਹੈ ASML ਹਾਲਾਂਕਿ ASML ਨੇ ਅੱਛੇ ਕੁਆਰਟਰਲੀ ਅਰਨਿੰਗ ਪੇਸ਼ ਕੀਤੇ ਹੈਗੇ ਆ ਪਰ ਕਿਉਂਕਿ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਇਹਨੂੰ ਬਾਜ਼ਾਰ ਜਿਹੜਾ ਹੈ ਉਹ ਲਾਈਕ ਨਹੀਂ ਕਰਦਾ ਇਸ ਕਰਕੇ ਚਿਪਸ ਦੀ ਕੰਪਨੀਆਂ ਵੀ ਜਿਹੜੀਆਂ ਨੇ ਉਹ ਥੱਲੇ ਗਈਆਂ ਹੈਗੀਆਂ ਨੇ ਔਰ ਓਵਰਆਲ ਜਿਹੜਾ ਹੈ ਇਸ ਟਾਈਮ ਤੁਸੀਂ ਕਹਿੰਦੇ ਨੈਗੇਟਿਵਿਟੀ ਹੈਗੀ ਬਿਲਕੁਲ ਕਿਉਂਕਿ ਦੇਖੋ ਸੰਸਾਰ ਦੇ ਵਿੱਚ ਹੀ ਇੱਕ ਨੈਗੇਟਿਵਿਟੀ ਜਿਹੜੀ ਹੈਗੀ ਹੈ ਜਦੋਂ ਵਾਰ ਇੱਕ ਤਾਂ ਵਾਰ ਆਲਰੇਡੀ ਪਹਿਲਾਂ ਚੱਲ ਹੀ ਰਹੀ ਸੀ ਯੂਕਰੇਨ ਵਾਰ ਦੀ ਇਸ ਵੇਲੇ ਚਲੋ ਗੱਲ ਘੱਟ ਹੋ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਇੱਕ ਸਟੈਡੀ ਜੀ ਲੜਾਈ ਹੋ ਗਈ ਹੈ ਉਹ ਚੱਲੀ ਜਾ ਰਹੀ ਹੈ ਕਿਸੇ ਨੂੰ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਪਰ ਇਹ ਤਾਂ ਇੱਕ ਬੜੀ ਅਗਰੈਸਿਵ ਵਾਰ ਜਿਹੜੀ ਸ਼ੁਰੂ ਹੋਈ ਹੈ ਤੇ ਇਹਦੇ ਵਿੱਚ ਵੱਡਾ ਖਤਰਾ ਜਿਹੜਾ ਹੈਗਾ ਉਹ ਵਰਲਡ ਵਾਰ ਦੇ ਵਿੱਚ ਨਾ ਕਿਤੇ ਕਨਵਰਟ ਹੋ ਜਾਵੇ ਬਹੁਤ ਸਾਰੇ ਐਕਸਪਰਟ ਇਹਦੀ ਗੱਲ ਕਰ ਚੁੱਕੇ ਨੇ ਕੈਨੇਡਾ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਆਪਾਂ ਰਿਸੈਸ਼ਨ ਦੀ ਇੱਕ ਲੋਕਾਂ ਨੂੰ ਡਰ ਜਾ ਲੱਗੀ ਜਾਂਦਾ ਪਹਿਲਾਂ ਇਹ ਸ਼ਰਿੰਕ ਹੋ ਰਹੀ ਸੀ ਫਿਰ ਜਿਵੇਂ ਤੁਸੀਂ ਦੱਸਿਆ ਅਗਸਤ ਦੇ ਵਿੱਚ ਇਹ ਸਟੈਂਡ ਸਟਿਲ ਰਹੀ ਹੈ ਕਹਿੰਦੇ ਤਾਂ ਜੇ ਇੱਕ ਕੁਆਟਰ ਮੇਰੇ ਖਿਆਲ 'ਚ ਇਹ ਲਗਾਤਾਰ ਇਹ ਨੈਗੇਟਿਵ ਦੇ ਵਿੱਚ ਜਾਵੇ ਤਾਂ ਰਿਸੈਸ਼ਨ ਜਿਹੜਾ ਹੈਗਾ ਦੋ ਲਗਾਤਾਰ ਕੁਆਟਰ ਅਗਰ GDP ਸ਼ਰਿੰਕ ਕਰਦੀ ਹੈ ਸੈਕੰਡ ਕੁਆਟਰ ਵਾਸ ਸ਼ਰਿੰਕ ਸੀਗੀ ਜੁਲਾਈ 'ਚ ਸਟੈਂਡ ਸਟਿਲ ਸੀਗੀ ਅਗਸਤ ਔਰ ਸੈਪਟੈਂਬਰ ਦੇ ਨੰਬਰ ਆਉਣੇ ਆ ਤੇ ਜੇ ਅਗਸਤ ਔਰ ਸੈਪਟੈਂਬਰ 'ਚ ਸ਼ਰਿੰਕ ਕਰਦੀ ਹੈ ਦੈਨ ਯੂ ਕੁਡ ਸੇ ਵੀ ਆਰ ਆਫੀਸ਼ੀਅਲੀ ਰਿਸੈਸ਼ਨ ਆਫੀਸ਼ੀਅਲੀ ਇਨ ਰਿਸੈਸ਼ਨ ਜੇ ਹੁਣ ਆਪਾਂ ਗੱਲ ਕਰੀਏ ਜੀ ਸਾਲ ਜਿਹੜਾ ਹੈਗਾ ਉਹ ਲਗਭਗ ਅਖੀਰ ਵੱਲ ਨੂੰ ਹੈ ਹੁਣ ਆਖਰੀ 3 ਮਹੀਨੇ ਰਹਿ ਗਏ ਆਪਣੇ ਕੋਲੇ ਇਹਦੇ ਵਿੱਚ ਹੁਣ ਇੱਕ ਆਮ ਆਦਮੀ ਨੂੰ ਜਿਹੜਾ ਹੈਗਾ ਸਾਡੇ ਇੱਥੇ ਸਭ ਤੋਂ ਵੱਡਾ ਜਿਹੜਾ ਹੈਗਾ ਜੀ ਟੈਕਸ ਨੂੰ ਲੈ ਕੇ ਸਾਡੇ ਕੰਸਰਨਸ ਹੁੰਦੇ ਆ ਜੀ ਟੈਕਸ ਬਚਾਉਣਾ ਟੈਕਸ ਸੇਵ ਕਰਨਾ ਜੇ ਆਪਾਂ ਲੀਗਲ ਤਰੀਕੇ ਦੇ ਨਾਲ ਟੈਕਸ ਸੇਵ ਕਰਨਾ ਹੈ ਉਹਦੇ ਬਾਰੇ 'ਚ ਕੀ ਸਟ੍ਰੈਟੇਜੀਜ਼ ਹੋ ਸਕਦੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਧਿਆਨ ਦਿੱਤਾ ਜਾ ਸਕਦਾ ਆਪਾਂ ਇਹਦੇ ਬਾਰੇ 'ਚ ਥੋੜ੍ਹੀ ਜਿਹੀ ਗੱਲਬਾਤ ਕਰੀਏ ਐਬਸੋਲੂਟਲੀ ਸਰ ਦੇਖੋ 2-2.5 ਮਹੀਨੇ ਰਹਿ ਗਏ ਆ ਔਰ ਇਹਦੇ ਅੰਦਰ ਤੁਸੀਂ ਆਪਣਾ ਜਿਹੜਾ ਟੈਕਸ ਥੋੜ੍ਹਾ ਪੇਏਬਲ ਹੁੰਦਾ ਕੈਲੰਡਰ ਈਅਰ 'ਚ ਹੁੰਦਾ ਜਨਵਰੀ 1 ਤੋਂ ਦਸੰਬਰ 31 ਜੀ ਤੇ ਕੁਝ ਖਾਸ ਆਪਾਂ ਨੂੰ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਆ ਖਾਸ ਤੌਰ ਤੇ ਜਿਵੇਂ ਤੁਸੀਂ ਦੇਖੋ ਟੈਕਸ ਲਾਸ ਜੇ ਹੈਗਾ ਉਹ ਤੁਹਾਨੂੰ ਕੈਲੰਡਰ ਈਅਰ ਦੇ ਅੰਦਰ ਬੁੱਕ ਕਰਨਾ ਪੈਣਾ ਆ ਜੀ ਫੋਰ ਐਗਜ਼ਾਮਪਲ ਤੁਸੀਂ ਕਿਸੇ ਕੰਪਨੀ ਦਾ ਸ਼ੇਅਰ ਲਿਆ ਸੀਗਾ ਜਾਂ ਕੋਈ ਫੰਡ ਲਿਆ ਸੀਗਾ ਉਹ ਤੁਸੀਂ $10,000 ਇਨਵੈਸਟਮੈਂਟ ਕੀਤੇ ਆ ਤੇ ਉਹਦੀ ਵੈਲਿਊ ਮੰਨ ਲਓ $9,000 ਹੈਗੀ ਆ ਤੁਸੀਂ ਉਹਦੇ ਅੰਦਰ ਕੈਪੀਟਲ ਲਾਸ 'ਚ ਲੈਣਾ ਆ ਤੇ ਉਹ ਦਸੰਬਰ 31 ਤੋਂ ਪਹਿਲਾਂ ਤੁਹਾਨੂੰ ਲੈ ਲੈਣਾ ਚਾਹੀਦਾ ਆ ਤਾਂ ਕਿ ਤੁਸੀਂ ਆਪਣਾ ਤੁਹਾਨੂੰ ਟੈਕਸ ਬੈਨੀਫਿਟ ਜਿਹੜਾ ਅਗਲੇ ਸਾਲ ਹੋਏਗਾ ਇਸੇ ਤਰੀਕੇ ਨਾਲ ਕੋਈ ਪ੍ਰਾਪਰਟੀ ਹੈ ਤੁਸੀਂ ਕੋਈ ਕੌਂਡੋ ਹੈ ਤੁਸੀਂ ਉਹ ਸੇਲ ਕਰਨਾ ਆ ਤੇ ਕੋਸ਼ਿਸ਼ ਕਰੋ ਕਿ ਉਹਦੀ ਕਲੋਜ਼ਿੰਗ ਜਿਹੜੀ ਹੈ ਦਸੰਬਰ 31 ਤੋਂ ਪਹਿਲਾਂ ਹੋ ਜਾਵੇ ਤੇ ਜੇ ਸਪੋਜ਼ ਤੁਸੀਂ ਉਹਦੇ ਅੰਦਰ ਕੋਈ ਕੈਪੀਟਲ ਲਾਸ ਹੈਗਾ ਆ ਜੇ ਕੈਪੀਟਲ ਗੇਨ ਹੈਗਾ ਆ ਫਿਰ ਤੁਸੀਂ ਕੋਸ਼ਿਸ਼ ਕਰੋ ਕਿ ਉਹਦੀ ਕਲੋਜ਼ਿੰਗ ਜਿਹੜੀ ਜਨਵਰੀ 1 ਤੋਂ ਬਾਅਦ ਹੋ ਜਾਏ ਸੋ ਦੈਟ ਕਿ ਨੈਕਸਟ ਈਅਰ ਦੇ ਉਹ ਕੈਪੀਟਲ ਗੇਨ 'ਚ ਆ ਜਾਏਗਾ ਮੈਨੂੰ ਇੱਕ ਵਾਰੀ ਦੁਬਾਰਾ ਹਾਈਲਾਈਟ ਕਰੀਏ ਜੇ ਗੇਨ ਹੈ ਤਾਂ ਉਹ ਅਗਲੇ ਸਾਲ ਤੱਕ ਡੈਫਰ ਕਰੋ ਯੈਸ ਉਹਨੂੰ ਅਗਲੇ ਸਾਲ ਤੱਕ ਲੈ ਕੇ ਜਾਈਏ ਜੇ ਲਾਸ ਹੈ ਉਹਨੂੰ ਇਸ ਸਾਲ ਬੁੱਕ ਕਰੋ ਉਹਨੂੰ ਇਸ ਸਾਲ ਦੇ ਵਿੱਚ ਕਲੋਜ਼ ਕਰੀਏ ਸੋ ਦੈਟਸ ਇੰਪੋਰਟੈਂਟ ਸੈਕਿੰਡ ਜੇ ਤੁਹਾਡਾ ਹੈਗਾ ਆ ਸਪੋਜ਼ ਤੁਸੀਂ ਟੈਕਸ ਪੇਏਬਲ ਹੈਗਾ ਆ
RSP ਜਿਹੜੀ ਹੈਗੀ ਹੈ ਤੁਹਾਨੂੰ ਲੈ ਲੈਣੀ ਚਾਹੀਦੀ ਹੈ। ਖੈਰ ਤੁਹਾਡੀ ਡੈਡਲਾਈਨ ਫੈਬਰਰੀ 28 ਹੈਗੀ ਆ, ਤੁਸੀਂ ਫੈਬਰਰੀ 28 ਤੱਕ ਲੈ ਸਕਦੇ ਆ। ਪਰ ਕਈ ਵਾਰੀ ਹੁੰਦਾ ਤੁਸੀਂ ਮੌਕੇ ਦਾ ਫਾਇਦਾ ਲੈਣਾ, ਜਿਵੇਂ ਅੱਜ ਕੱਲ੍ਹ ਸਟਾਕ ਮਾਰਕੀਟ ਡਾਊਨ ਹੈ, ਕੱਲਾ ਤੁਸੀਂ ਟੈਕਸ ਹੀ ਨਹੀਂ ਬਚਾਉਣਾ, ਕਿਉਂਕਿ ਜਿਹੜੇ RSP 'ਚ ਪੈਸੇ ਇਨਵੈਸਟਮੈਂਟ ਕਰਨੇ ਆ ਉਹਦੇ 'ਚ ਤੁਸੀਂ ਅੱਗੇ ਫਿਊਚਰ ਤੁਸੀਂ ਗੇਨ ਵੀ ਲੈਣਾ ਆ। ਤੇ ਦਿਸ ਕੁਡ ਬੀ ਅ ਗੁੱਡ ਟਾਈਮ, ਬਿਕਾਜ਼ ਯੂਜ਼ਲੀ ਮਾਰਕੀਟ ਜਿਹੜੀ ਆ ਨਵੰਬਰ ਤੋਂ ਲੈ ਕੇ ਅਪ੍ਰੈਲ ਮਈ ਤੱਕ ਉੱਤੇ ਜਾਂਦੀ ਆ ਜੀ। ਠੀਕ ਹੈ। ਥਰਡ ਥਿੰਗ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਇਸ ਸਾਲ ਹੀ ਸ਼ੁਰੂ ਹੋਈ ਆ, ਫਸਟ ਹੋਮ ਸੇਵਿੰਗ ਅਕਾਊਂਟ ਜੀ। ਦੇਖੋ ਜਿਨ੍ਹਾਂ ਲੋਕਾਂ ਨੇ ਘਰ ਲੈਣਾ ਆ ਔਰ ਉਹਨਾਂ ਨੇ ਪਹਿਲਾਂ ਕਦੀ ਘਰ ਨਹੀਂ ਲਿਆ, ਤੇ ਫਸਟ ਹੋਮ ਸੇਵਿੰਗ ਅਕਾਊਂਟ ਦੇ ਅੰਦਰ ਵੀ ਤੁਹਾਨੂੰ ਇਸ ਸਾਲ ਅਕਾਊਂਟ ਓਪਨ ਕਰਨਾ ਆ। ਜ਼ਰੂਰੀ ਨਹੀਂ ਪੈਸੇ ਇਨਵੈਸਟਮੈਂਟ ਕਰਨੇ ਆ, ਓਕੇ, ਕਿਉਂਕਿ ਇਸ ਸਾਲ ਦੀ ਤੁਹਾਡੀ ਲਿਮਿਟ $8,000 ਦੀ ਆ ਹਰ ਇੱਕ ਪਰਸਨ ਦੀ ਜਿਹਦੀ ਉਮਰ 18 ਸਾਲ ਤੋਂ ਉੱਤੇ ਹੈਗੀ ਆ, ਤੇ ਤੁਹਾਡੀ ਲਿਮਿਟ $8,000 ਦੀ ਹੈਗੀ ਆ ਜੀ। ਤੇ ਤੁਸੀਂ ਸੋਚੀ ਬੈਠੇ ਆ ਵੀ ਮੇਰੇ ਕੋਲ ਤਾਂ $8,000 ਇਨਵੈਸਟਮੈਂਟ ਕਰਨ ਲਈ ਹੈ ਨਹੀਂ, ਤੇ ਮੈਂ ਅਕਾਊਂਟ ਹੀ ਨਹੀਂ ਖੋਲਣਾ। ਦੇਖੋ ਜੇ ਤੁਸੀਂ ਅਕਾਊਂਟ ਨਹੀਂ ਖੋਲਿਆ, ਤੁਹਾਡੀ 8,000 ਦੀ ਲਿਮਿਟ ਜਿਹੜੀ ਆ ਉਹ ਕੈਰੀ ਫੋਰਵਰਡ ਨਹੀਂ ਹੋਣੀ। ਇਹ ਬੜੇ ਸਾਰੇ ਲੋਕਾਂ ਨੂੰ ਇਹ ਭੁਲੇਖਾ ਆ ਵੀ ਜਿਵੇਂ RSP ਦੀ ਲਿਮਿਟ ਜਿਹੜੀ ਕੈਰੀ ਫੋਰਵਰਡ ਹੋ ਜਾਂਦੀ ਹੈ ਅਗਲੇ ਸਾਲ, ਟੈਕਸ ਫ੍ਰੀ ਸੇਵਿੰਗ ਅਕਾਊਂਟ ਦੀ ਲਿਮਿਟ ਵੀ ਕੈਰੀ ਫੋਰਵਰਡ ਹੋ ਜਾਂਦੀ ਹੈ, ਪਰ FHSA ਅਕਾਊਂਟ ਦੀ ਲਿਮਿਟ ਕੈਰੀ ਫੋਰਵਰਡ ਨਹੀਂ ਹੋਣੀ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਦਸੰਬਰ 31 ਤੋਂ ਪਹਿਲਾਂ ਸਾਨੂੰ ਆਪਣਾ FHSA ਫਸਟ ਹੋਮ ਸੇਵਿੰਗ ਅਕਾਊਂਟ ਖੋਲ੍ਹ ਲੈਣਾ ਚਾਹੀਦਾ। ਠੀਕ ਹੈ ਬਈ, ਬੇਸ਼ੱਕ ਤੁਸੀਂ ਨਹੀਂ ਪਾਏ ਜੀ, ਤੁਸੀਂ ਬੇਸ਼ੱਕ $1 ਵੀ ਨਹੀਂ ਪਾਇਆ, ਠੀਕ ਹੈ, ਅਗਲੇ ਸਾਲ ਜਨਵਰੀ 1 ਨੂੰ ਅਸੀਂ 16,000 ਪਾ ਸਕਦੇ ਹਾਂ। 8,000 ਇਸ ਸਾਲ ਦੀ ਲਿਮਿਟ, 8,000 ਅਗਲੇ ਸਾਲ ਦੀ ਲਿਮਿਟ। ਜੇ ਤੁਸੀਂ FHSA ਅਕਾਊਂਟ ਨਹੀਂ ਖੋਲਿਆ, ਫਿਰ ਜਨਵਰੀ 1 ਨੂੰ ਅਗਲੇ ਸਾਲ ਤੁਸੀਂ 8,000 ਹੀ ਪਾ ਸਕਦੇ। 8,000 ਹੀ ਪਾ ਸਕਦੇ। ਸੋ ਮਤਲਬ ਜਿਹੜੇ ਬੰਦੇ ਨੇ ਮਤਲਬ ਆਖਰੀ ਹਫਤੇ ਦੇ ਵਿੱਚ, ਵੈਸੇ ਤਾਂ ਛੁੱਟੀਆਂ ਹੁੰਦੀਆਂ ਆਪਣੇ ਇੱਥੇ, ਪਰ ਮੰਨ ਲਓ ਦਸੰਬਰ ਦੇ ਵਿੱਚ ਵੀ ਆਖਰੀ ਦਿਨਾਂ ਦੇ ਵਿੱਚ ਜਦੋਂ ਅਵੇਲੇਬਿਲਿਟੀ ਹੈਗੀ ਹੈ, ਜਿਹਨੇ ਉਦੋਂ ਵੀ ਖਿਲਾ ਲਿਆ ਤੇ ਜਿਹਨੇ ਉਦੋਂ 10 ਦਿਨ ਬਾਅਦ ਖਿਲਾਇਆ, ਉਹਦੇ ਵਿੱਚ $8,000 ਦਾ ਫਰਕ ਪੈ ਜਾਣਾ। ਬਹੁਤ ਫਰਕ ਹੈ ਸਰ, 8,000 ਦਾ ਫਰਕ ਹੈ। ਔਰ ਇਹ ਮੈਂ ਦੱਸ ਦਿਆਂ ਆਪਣੇ ਸਰੋਤਿਆਂ ਨੂੰ, ਫਸਟ ਹੋਮ ਸੇਵਿੰਗ ਅਕਾਊਂਟ ਇਜ਼ ਅ ਫੈਂਟਾਸਟਿਕ ਅਕਾਊਂਟ। ਜਿਸ ਤਰ੍ਹਾਂ ਮੈਂ TFSA ਨੂੰ ਟੋਟਲੀ ਫੈਂਟਾਸਟਿਕ ਸੇਵਿੰਗ ਅਕਾਊਂਟ ਕਹਿਣਾ ਆ, ਕਿਉਂਕਿ FHSA ਦੇ ਜਿਹੜੇ ਫੀਚਰਸ ਨੇ, ਬੈਨੀਫਿਟਸ ਨੇ, ਉਹ ਦੋਨਾਂ ਦੇ ਨੇ। RSP ਵਰਕਨ ਵੀ ਹੈ, TFSA ਵਰਕਨ ਵੀ ਹੈ, ਕਿਉਂਕਿ RSP 'ਚ ਤੁਸੀਂ ਜੇ ਪੈਸੇ ਕਢਾਉਣੇ ਆ ਅੰਡਰ ਫਸਟ ਹੋਮ ਬਾਇਰ ਪਲਾਨ, $35,000 ਦਾ ਕਢਾ ਸਕਦੇ ਆ, ਪਰ ਤੁਹਾਨੂੰ ਫਿਰ ਵਾਪਸ ਪਾਉਣੇ ਪੈਂਦੇ 15 ਸਾਲਾਂ 'ਚ ਜੀ। ਲੇਕਿਨ FHSA ਅਕਾਊਂਟ ਤੁਸੀਂ ਪੈਸੇ ਵਾਪਸ ਨਹੀਂ ਪਾਉਣੇ। ਇਸ ਕਰਕੇ ਮੈਂ ਕਹਾਂਗਾ ਜਿਹੜੇ ਨਵੇਂ ਇਮੀਗ੍ਰੈਂਟ ਨੇ, ਮਿਲੇਨੀਅਲਸ ਨੇ, ਜਿਹੜੇ ਵੀ ਲੋਕਾਂ ਨੇ ਅਗਲੇ 2, 4, 5 ਸਾਲ 'ਚ ਘਰ ਲੈਣਾ ਹੈ, ਇਸ ਚੀਜ਼ ਦਾ ਬੈਨੀਫਿਟ ਜ਼ਰੂਰ ਇਹ ਦਸੰਬਰ 31 ਤੋਂ ਪਹਿਲਾਂ ਲੈਣ ਜੀ। ਤੇ ਇਹਦੇ ਵਿੱਚ ਜਦੋਂ ਆਪਾਂ ਅਕਾਊਂਟ ਖੁਲਾਉਂਦੇ ਆ, ਜਿਵੇਂ ਕੋਈ ਮਿਨੀਮਮ ਅਮਾਊਂਟ ਕੁਝ ਨਹੀਂ ਹੁੰਦੀ, ਮਤਲਬ ਆਪਾਂ ਜ਼ੀਰੋ ਅਮਾਊਂਟ ਨਾਲ ਖੁਲਾ ਸਕਦੇ ਹਾਂ। ਇਵਨ ਕਲਾਇੰਟਸ ਸਰੋਤੇ ਮੈਨੂੰ ਕਾਲ ਕਰ ਸਕਦੇ ਆ, ਵੀ ਕੈਨ ਓਪਨ देयर ਆਨਲਾਈਨ ਅਕਾਊਂਟ। ਸੇ ਉਹਦੇ 'ਚ ਕੀ ਹੈ ਕਿ ਤੁਸੀਂ ਬੇਸ਼ੱਕ ਅਗਲੇ ਸਾਲ ਨਾ ਪਾਉਣਾ ਪੈਸੇ, ਲੇਕਿਨ ਤੁਸੀਂ ਆਪਣਾ ਰੂਮ ਕ੍ਰੀਏਟ ਕਰ ਲਿਆ ਜੀ। ਓਕੇ, ਤੇ ਇਹਦਾ ਕੁਝ ਇਹ ਵੀ ਹੁੰਦਾ ਜੀ, ਆਪਾਂ ਵੀ ਜਿਵੇਂ ਹੁਣ ਮੰਨ ਲਓ ਇਸ ਸਾਲ ਵੀ ਨਹੀਂ ਪਾਏ ਜੀ, ਸਪੋਜ਼ ਕਰ ਲਓ ਅਗਲੇ ਸਾਲ ਵੀ ਉਹਦੀ ਪਹੁੰਚ ਨਾ ਬਣੀ ਕਿਸੇ ਕਾਰਨ, ਪੂਰੇ 12 ਮਹੀਨੇ ਲੰਘ ਗਏ, ਨਹੀਂ ਪਾ ਸਕਿਆ, ਕੋਈ ਗੱਲ ਨਹੀਂ। ਕਦੋਂ ਤੱਕ ਇਹ ਬੰਦਾ ਉਹਦੇ 'ਚ ਪੈਸੇ ਨਾ ਪਾਵੇ ਤਾਂ ਕੰਮ ਚੱਲ ਜਾਂਦਾ? This is a very technical question, to be honest with you. Even I don't know the answer. I can find out the answer and next week I can get back to listeners. ਵੀ ਜੇ ਅਗਲੇ ਸਾਲ ਨਹੀਂ ਪਾਏ, then what happens to that account? This I know for sure ਕਿ ਇਸ ਸਾਲ ਪਾਉਣ ਦੀ ਲੋੜ ਨਹੀਂ ਹੈ, ਤੁਸੀਂ ਇਹਨੂੰ ਕੈਰੀ ਫੋਰਵਰਡ ਕਰ ਸਕਦੇ ਆ। This I do not know for how long you can carry forward. For how long you can carry forward. So ਜ਼ਰੂਰ ਇਹਦੀ ਕੋਈ ਨਾ ਕੋਈ ਲਿਮਿਟ ਜ਼ਰੂਰ ਹੋਏਗੀ ਜੀ। ਸੋ ਇੱਥੇ ਜੇ ਆਪਾਂ ਗੱਲ ਕਰੀਏ ਜੀ ਸਾਡੇ ਨਾਲ, ਅੱਛਾ, ਬੈਨੀਫਿਟਸ ਆਫ FHSA ਜਿਹੜੇ ਹੈਗੇ ਆ ਜੀ, ਉਹ ਇੱਕ ਯੂਜ਼ਰ ਨੇ ਸਿਰਫ ਇੰਨਾ ਹੀ ਲਿਖ ਕੇ ਭੇਜਿਆ ਹੈਗਾ। ਤੇ ਮੋਨਾ ਸੇਖੋ ਕਹਿੰਦੇ ਆ, ਪਲੀਜ਼ ਐਕਸਪਲੇਨ FHSA ਅਕਾਊਂਟ, ਡਜ਼ ਇਟ ਸੇਵਸ ਟੈਕਸ? ਐਬਸੋਲੂਟਲੀ ਜੀ, ਉਹੀ ਦੱਸਿਆ ਵੀ ਦੋਨੋਂ ਫੀਚਰ ਨੇ, RSP ਦੇ ਨੇ ਵੀ, TFSA ਦੇ ਵੀ ਨੇ। ਕਿ ਦੇਖੋ FHSA ਅਕਾਊਂਟ ਤੁਸੀਂ $8,000 ਪਾਇਆ ਜਤਿੰਦਰ ਸਿੰਘ ਜੀ ਇਸ ਸਾਲ ਜੀ, ਸਪੋਜ਼ ਤੁਹਾਡੀ 40,000 ਦੀ ਇਨਕਮ ਹੈ, ਤੇ ਤੁਹਾਡੀ 40,000 ਚੋਂ 8,000 ਇਨਕਮ ਤੁਹਾਡਾ ਟੈਕਸ ਕੱਟ ਗਿਆ, ਤੁਹਾਡੀ 32,000 ਤੇ ਟੈਕਸ ਪੇ ਕਰਨਾ ਹੈ। $8,000 ਤੇ ਜਿੰਨਾ ਵੀ ਤੁਸੀਂ ਮਾਰਜਨਲ ਟੈਕਸ ਦਿੱਤਾ ਸੀਗਾ ਉਹ ਤੁਹਾਨੂੰ ਮੁੜੇ ਆਉਣਾ ਆ ਜੀ। ਤੇ ਪਲੱਸ ਜਿਹੜਾ $8,000 ਤੁਸੀਂ ਇਨਵੈਸਟਮੈਂਟ ਕੀਤਾ ਹੈ, ਇਹਦੇ ਤੇ ਜਿੱਥੇ ਵੀ ਤੁਸੀਂ ਇਨਵੈਸਟਮੈਂਟ ਕੀਤੇ, ਚਾਹੇ ਉਹ ਤੁਸੀਂ ਡੇਲੀ ਇੰਟਰਸਟ ਪਲਾਨ 'ਚ, GIC 'ਚ ਜਾਂ ਫੰਡ 'ਚ, ਉਹ 'ਚ ਉਹਨੂੰ 5-6%, 8% ਵਿਆਜ ਵੀ ਮਿਲਣਾ ਆ ਜੀ। ਫਿਰ ਜਦੋਂ ਅਸੀਂ ਘਰ ਲੈਣਾ ਆ, ਇਹ ਪੈਸੇ ਜਿਹੜੇ FHSA ਅਕਾਊਂਟ 'ਚੋਂ $40,000 ਤੱਕ ਕਢਾ ਸਕਦੇ ਹੋ ਤੁਸੀਂ। ਓਕੇ, 40,000 ਤੁਹਾਡਾ ਕੰਟਰੀਬਿਊਸ਼ਨ ਲਿਮਿਟ ਹੈਗੀ। ਲੇਕਿਨ ਇਸ ਸਾਲ ਤੋਂ ਸ਼ੁਰੂ ਹੋਇਆ, ਇਸ ਸਾਲ ਦੀ ਲਿਮਿਟ $8,000 ਹੈ, 5 ਸਾਲਾਂ 'ਚ ਤੁਹਾਡਾ ਇਹ 40,000 ਦੀ ਲਿਮਿਟ ਹੋਣੀ ਆ ਜੀ। ਜਦੋਂ ਤੁਸੀਂ ਘਰ ਲੈਣਾ, ਇਹ ਪੈਸੇ ਤੁਸੀਂ ਆਪਣੇ ਘਰ ਪਹਿਲੀ ਵਾਰੀ ਜੇ ਘਰ ਲੈਣਾ, ਤੁਸੀਂ ਉਹਨੂੰ ਉੱਥੇ ਫਸਟ ਹੋਮ ਲਈ ਯੂਜ਼ ਕਰ ਸਕਦੇ ਆ, ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਆ, ਕਲੋਜ਼ਿੰਗ ਲਈ ਯੂਜ਼ ਕਰ ਸਕਦੇ ਆ, ਔਰ ਵਾਪਸ ਤੁਸੀਂ ਇਹ ਪੈਸੇ ਮੋੜਨੇ ਵੀ ਨਹੀਂ ਹੈਗੇ ਜੀ।
ਤੇ ਇਹ ਅਕਾਊਂਟ ਉਸ ਵੇਲੇ ਫਿਰ ਬੰਦ ਹੋ ਜਾਂਦਾ ਜੀ ਜਦੋਂ ਆਪਾਂ Yes, account will cease. Absolutely. ਅਕਾਊਂਟ ਉਸ ਵੇਲੇ ਸੀਜ਼ ਹੋ ਜਾਊਗਾ। ਇਹਦੇ ਬਾਰੇ 'ਚ ਕੁਝ ਲੋਕਾਂ ਦੇ ਹੋਰ ਵੀ ਆਪਣੇ ਕੋਲੇ ਸਵਾਲ ਨੇ ਜੀ ਜਿਨ੍ਹਾਂ ਦੇ ਸ਼ਾਇਦ ਆਪਾਂ ਜਵਾਬ ਦੇਣੇ ਜ਼ਰੂਰੀ ਮੈਨੂੰ ਲੱਗਦੇ ਨੇ। ਜੀ। ਇੱਕ ਸਵਾਲ ਤਾਂ ਇਹ ਪੁੱਛਿਆ ਗਿਆ ਕਿ ਹਸਬੈਂਡ ਵਾਈਫ 2 ਜਣੇ ਆ ਜੀ, ਉਹਨਾਂ ਨੂੰ 2 ਸੈਪਰੇਟ ਅਕਾਊਂਟ ਖੋਲ੍ਹਣੇ ਚਾਹੀਦੇ ਆ ਜਾਂ ਕੋਈ ਇਕੱਠਾ ਅਕਾਊਂਟ ਖੁੱਲ੍ਹ ਜਾਂਦਾ? ਨਹੀਂ ਸਰ, ਇਕੱਠਾ ਨਹੀਂ ਹੋਏਗਾ। 2 separate accounts, 40,000 ਹਸਬੈਂਡ ਪਾ ਸਕਦਾ, 40,000 ਵਾਈਫ ਪਾ ਸਕਦੀ ਹੈ। 35,000 ਤੁਸੀਂ ਅੰਡਰ ਫਸਟ ਹੋਮ ਬਾਇਰ ਪਲਾਨ ਜਿਹੜਾ ਹੈ RSP ਚੋਂ ਵੀ ਕਢਾ ਸਕਦੇ ਹਾਂ। 40 + 35 75,000 ਹਸਬੈਂਡ, 75,000 ਵਾਈਫ, ਤੇ ਇਹ ਤੁਸੀਂ ਕਢਾ ਸਕਦੇ ਹੋ ਸਰ। ਜੀ। ਤੇ ਇੱਕ ਸਵਾਲ ਇਹਦੇ ਵਿੱਚ ਹੋਰ ਬੜਾ ਮੈਨੂੰ ਇੰਪੋਰਟੈਂਟ ਜਿਹੜਾ ਲੱਗਿਆ ਸੀਗਾ, RRSP ਕਹਿੰਦੇ ਵੀ ਜੇ ਹੈਗਾ ਸਾਡੇ ਕੋਲ RRSP ਅਕਾਊਂਟ ਜੋ ਕਿ HBP ਹੋਮ ਬਾਇਰ ਪਲਾਨ ਹੈ, ਯੈਸ, ਕੀ ਉਹ ਦੂਜੇ ਵਾਸਤੇ ਹੋਰ ਵਾਸਤੇ ਕੁਆਲੀਫਾਈ ਕਰਦੇ ਨੇ? ਨਹੀਂ ਸਰ, ਤੁਸੀਂ ਫਸਟ ਹੋਮ ਬਾਇਰ ਪਲਾਨ ਅਨਦਰ ਨਾਨ ਟੈਕਸੇਬਲ ਹੋਮ ਬਾਇਰ ਪਲਾਨ ਜੇ ਕੋਈ ਉਹ ਹੋਰ ਲੈਣਾ ਚਾਹੁੰਦਾ? ਸੋ ਓਨਲੀ ਇਹਦਾ HBP ਦਾ ਪਹਿਲਾਂ ਫਸਟ ਉਹਨੇ F ਹਟਾ ਦਿੱਤਾ, ਫਸਟ ਹੋਮ ਬਾਇਰ ਪਲਾਨ ਹੈ। ਹਾਂ, ਫਸਟ ਹੋਮ ਬਾਇਰ ਪਲਾਨ ਤੁਸੀਂ ਕੁਆਲੀਫਾਈ ਤਾਂ ਵੀ ਕਰ ਸਕਦੇ ਹੈ ਇਫ ਯੂ ਡਿਡਨਟ ਓਨ ਐਨੀ ਪ੍ਰਿੰਸੀਪਲ ਰੈਜ਼ੀਡੈਂਸ ਇਨ ਲਾਸਟ 4 years। ਮੰਨ ਲਓ ਤੁਸੀਂ 2010 ਚ ਫਸਟ ਹੋਮ ਬਾਇਰ ਪਲਾਨ 'ਚ ਪੈਸੇ ਕਢਾਏ ਸੀਗੇ ਜੀ, ਤੇ 2016 'ਚ ਤੁਸੀਂ ਮੰਨ ਲਓ ਜਾਂ 17 'ਚ ਤੁਸੀਂ ਘਰ ਵੇਚ ਦਿੱਤਾ, ਔਰ 17 ਤੋਂ ਲੈ ਕੇ ਜਾਂ 18 ਤੋਂ ਲੈ ਕੇ ਹੁਣ 23 ਤੱਕ ਤੁਹਾਡੇ ਕੋਲ ਘਰ ਨਹੀਂ ਹੈਗਾ ਜੀ, then you can qualify again. Okay. If you didn't own any house in last 4 to 5 years, even if previously you have used the first home buyer plan, ਤੁਸੀਂ ਦੁਬਾਰਾ qualify ਕਰ ਸਕਦੇ ਹੋ ਜੀ। ਓਕੇ। ਤੇ ਬਾਕੀ ਉਹ ਤਾਂ ਇੱਕ 40,000 ਲਾਈਫ ਟਾਈਮ ਲਿਮਿਟ ਦੀ ਇਹਨਾਂ ਨੇ ਗੱਲ ਪੁੱਛੀ ਹੈ ਬਈ ਇਹੀ ਹੁੰਦੀ ਹੈ। ਤੇ ਇੱਕ ਜਤਿੰਦਰ ਜੀ ਦਾ ਮੈਸੇਜ ਆ, ਉਹ ਕਹਿੰਦੇ ਸਰ ਇਫ ਯੂ ਆਰ ਹੋਮ ਓਨਰ ਕੈਨ ਯੂ ਸਟਿਲ ਓਪਨ FHSA? ਨਹੀਂ ਸਰ, ਤੁਸੀਂ ਆਲਰੇਡੀ ਹੋਮ ਓਨਰ ਹੈਗੇ ਆ। ਇਫ ਯੂ ਓਨ ਯੋਰ ਓਨ ਹਾਊਸ ਤੇ ਦੈਨ ਯੂ ਡੂ ਨਾਟ ਕੁਆਲੀਫਾਈ। ਅੱਛਾ, ਜੇ ਉਹ ਕੋਈ ਆਪਣਾ ਅਪਗ੍ਰੇਡ ਕਰਨਾ ਚਾਹੁੰਦੇ ਹੁਣ, ਕੋਈ ਉਹਦੇ ਵਾਸਤੇ ਕੋਈ ਨਹੀਂ ਕਰਨਾ, ਵੱਡਾ ਘਰ ਲੈਣ ਵਾਸਤੇ ਨਹੀਂ ਹੈਗਾ। ਲੇਕਿਨ ਇਹਦੇ ਤੋਂ ਇਲਾਵਾ ਕੋਈ ਹੋਰ ਪਲਾਨ ਜਿਹੜਾ ਉਹਨਾਂ ਨੂੰ ਹੋਮ ਬਾਇੰਗ ਦੇ ਵਿੱਚ ਕੋਈ ਹੈਲਪ ਕਰ ਸਕਦਾ ਹੋਵੇ, ਉਹ ਕਿਹੜਾ ਉਹਨਾਂ ਵਾਸਤੇ ਫਿਰ ਕਿਹੜਾ ਇੱਕ ਬੈਟਰ ਪਲਾਨ? ਜੇ ਆਪਾਂ ਕਹੀਏ ਚਲੋ ਹੁਣ ਉਹਦੇ ਕੋਲੇ FHSA ਦੀ ਤਾਂ ਆਪਸ਼ਨ ਨਹੀਂ ਹੈਗੀ, ਜਿਹਦੇ ਕੋਲੇ ਆਪਸ਼ਨ ਨਹੀਂ ਹੈ ਉਹਦੇ ਵਾਸਤੇ ਨੈਕਸਟ ਬੈਸਟ ਆਪਸ਼ਨ ਕਿਹੜੀ ਤੁਸੀਂ ਸੁਜੈਸਟ ਕਰੋਗੇ? TFS is the best option. Tax free saving account is the best option, sir. ਅੱਛਾ, ਇਹਦੇ ਵਿੱਚ ਹੁਣ ਇੱਕ ਦੋਸਤ ਨੇ ਉਹਨਾਂ ਨੇ ਇਹਦੇ ਵਿੱਚ ਥੋੜਾ ਜਿਹਾ ਕੰਪੈਰੀਜ਼ਨ ਪੁੱਛਿਆ, ਕਹਿੰਦੇ ਵੀ ਇਹਨੂੰ ਤੁਸੀਂ ਕਿਵੇਂ ਕੰਪੇਅਰ ਕਰੋਗੇ TFSA ਤੇ FHSA ਨੂੰ? ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੀ। FHSA, TFSA ਐਂਡ RSP ਫਸਟ ਹੋਮ ਬਾਇਰ ਪਲਾਨ ਜੀ, ਠੀਕ ਹੈ। ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਅੰਦਰ ਜਤਿੰਦਰ ਸਿੰਘ ਜੀ, ਜੇ ਤੁਸੀਂ ਪੈਸੇ ਪਾਉਣੇ ਆ, ਸਪੋਜ਼ $8,000 ਪਾਏ, 8,000 ਤੁਸੀਂ ਜਿਹੜੇ ਪਾਏ ਆ ਉਹ ਟੈਕਸ ਡਿਡਕਟ ਨਹੀਂ ਕਰ ਸਕਦੇ। ਟੈਕਸ ਤੁਸੀਂ ਫਿਰ ਵੀ ਦੇਣਾ ਆ। ਲੇਕਿਨ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਿਹੜੇ ਪੈਸੇ ਪਾਏ ਆ ਉਹ ਤੇ ਜਿੰਨਾ ਵੀ ਤੁਹਾਨੂੰ ਮੁਨਾਫਾ ਹੋਏਗਾ ਉਹ ਤੇ ਤੁਸੀਂ ਕੋਈ ਇਨਕਮ ਟੈਕਸ ਨਹੀਂ ਦੇਣਾ। ਠੀਕ ਹੈ ਰਾਈਟ। ਜੇ ਤੁਸੀਂ RSP ਚ $8,000 ਪਾਏ ਆ, ਉਹ ਤੁਸੀਂ ਟੈਕਸ ਡਿਡਕਟੇਬਲ ਐਕਸਪੈਂਸ ਹੈ। ਠੀਕ ਹੈ, ਉਹ ਤੁਸੀਂ ਆਪਣੀ ਇਨਕਮ ਚੋਂ ਘਟਾ ਲੈਣਾ ਆ। ਉਹਦੇ ਤੇ ਜੋ ਤੁਸੀਂ ਮਾਰਜਨਲ ਟੈਕਸ ਰੇਟ ਦਿੱਤਾ ਆ ਉਹ ਤੁਹਾਨੂੰ ਟੈਕਸ ਮੋੜਿਆ ਆਉਣਾ। ਓਕੇ। ਪਰ RSP ਚੋਂ ਜੋ ਤੁਸੀਂ ਪੈਸੇ ਕਢਾਓਗੇ ਜਦੋਂ ਵੀ, ਉਹ ਤੁਹਾਡੀ ਟੈਕਸੇਬਲ ਇਨਕਮ ਬਣ ਜਾਏਗੀ। ਉਦੋਂ ਟੈਕਸੇਬਲ ਇਨਕਮ ਬਣ ਜਾਏਗੀ। ਪਰ ਜੇ ਤੁਸੀਂ ਪਹਿਲੀ ਵਾਰੀ ਘਰ ਲੈਣ ਲਈ ਪੈਸੇ ਕਢਾਉਂਦੇ ਆ ਫਸਟ ਹੋਮ ਬਾਇਰ ਪਲਾਨ ਦੇ ਅੰਦਰ ਅਪ ਟੂ $35,000, ਫਿਰ ਤੁਹਾਨੂੰ ਜਿਹੜਾ ਹੈ ਇਹ ਟੈਕਸ ਇਨਕਮ ਤੁਹਾਡੀ ਨਹੀਂ ਬਣਦੀ। ਠੀਕ ਹੈ। ਪਰ ਇਹ ਜਿਹੜੇ ਪੈਸੇ ਕਢਾਉਣੇ ਆ ਫਿਰ ਤੁਸੀਂ ਅਗਲੇ 15 ਸਾਲਾਂ 'ਚ ਤੁਸੀਂ ਵਾਪਸ RSP 'ਚ ਮੋੜਨੇ ਹੈਗੇ ਆ। ਮਤਲਬ ਇੱਕ ਤਰ੍ਹਾਂ ਦਾ ਤੁਹਾਡੇ ਕੋਲੇ ਲੋਨ ਕਹਿ ਲਓ, ਉਹਨੂੰ ਉਧਾਰੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਵੀ ਬਿਨਾਂ ਤੁਹਾਨੂੰ ਵਿਆਜ ਤੋਂ ਇੱਕ ਉਧਾਰ ਪੈਸੇ ਮਿਲ ਗਏ, ਆਪਣੇ ਪੈਸੇ ਮਿਲ ਗਏ। ਅੱਛਾ, ਜ਼ਰੂਰੀ ਨਹੀਂ ਤੁਸੀਂ ਵਾਪਸ ਕਰਨੇ ਆ। ਸਪੋਜ਼ ਤੁਸੀਂ 30,000 ਪਾਏ ਸੀ, 30,000 ਕਢਾ ਲਏ, ਫਿਰ ਤੁਸੀਂ ਐਵਰੀ ਈਅਰ $2,000 ਵਾਪਸ RSP 'ਚ ਪਾਉਣੇ ਆ। ਸਪੋਜ਼ ਤੁਹਾਡੀ ਇਨਕਮ ਘੱਟ ਹੈਗੀ, ਤੁਹਾਨੂੰ ਨਹੀਂ ਪਾਉਣ ਦੀ ਲੋੜ, ਪਰ ਉਹ 2,000 ਤੁਹਾਡੀ ਇਨਕਮ 'ਚ ਐਡ ਹੋ ਜਾਏਗਾ, ਉਸ ਸਾਲ ਦਾ ਮਾਰਜਨਲ ਟੈਕਸ ਲੱਗ ਜਾਏਗਾ। ਜ਼ਰੂਰੀ ਨਹੀਂ ਕਿ ਤੁਸੀਂ ਵਾਪਸ ਪਾਉਣੇ ਆ ਜੀ। ਠੀਕ ਹੈ। ਤੇ ਤੀਸਰਾ ਅਕਾਊਂਟ ਹੈ FHSA। ਫਸਟ ਹੋਮ ਸੇਵਿੰਗ ਅਕਾਊਂਟ 'ਚ ਦੋਨੋਂ ਫੀਚਰ ਨੇ। ਜਿਸ ਤਰ੍ਹਾਂ RSP 'ਚ ਟੈਕਸ ਡਿਡਕਟੇਬਲ ਹੈ ਜੀ, ਇਹ ਟੈਕਸ ਡਿਡਕਟੇਬਲ ਹੈ। ਤੁਸੀਂ $8,000 ਪਾਏ, ਆਪਣੀ ਇਨਕਮ 'ਚ ਮਾਈਨਸ ਹੋ ਗਈ, ਮਾਰਜਨਲ ਟੈਕਸ ਰੇਟ ਜਿਹੜਾ ਲੱਗਿਆ ਸੀ 8,000 ਤੇ ਤੁਹਾਨੂੰ ਮੋੜਿਆ ਆ। ਰਾਈਟ। ਔਰ ਜਦੋਂ ਤੁਸੀਂ ਘਰ ਲੈਣਾ ਆ, ਇਹ ਡਾਊਨ ਪੇਮੈਂਟ ਯੂਜ਼ ਕਰ ਸਕਦੇ ਆ ਜੀ, ਪਰ ਇਹ ਵਾਪਸ ਤੁਸੀਂ ਫਿਰ FHSA ਅਕਾਊਂਟ 'ਚ ਨਹੀਂ ਪਾਉਣੇ ਜੀ। ਓਕੇ। ਸੋ ਇਹਦੇ 'ਚ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਜੀ। ਔਰ ਦੇਰ ਆਏ ਸੋ ਦੁਰਸਤ ਆਏ। ਮੈਂ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਮਿਲੇਨੀਅਲਸ ਨੇ, ਨਵੇਂ ਇਮੀਗ੍ਰੈਂਟਸ ਨੇ, ਇਹਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਸਰ। ਅੱਛਾ, ਮੈਂ ਇੱਕ ਆਖਰੀ ਕੁਐਸਚਨ ਜਿਹੜਾ ਹੈਗਾ, ਵੈਸੇ ਤਾਂ ਸਵਾਲ ਬਹੁਤ ਨੇ ਤੇ ਮੈਂ ਆਪਣੇ ਦੋਸਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੇ ਤੁਹਾਡੇ ਸਵਾਲਾਂ ਦੇ ਮੈਂ ਜਿੰਨੇ ਵੀ ਲੈ ਸਕਿਆ ਉਹ ਜ਼ਰੂਰ ਲੈ ਰਿਹਾ, ਮੈਂ ਕਲੱਬ ਕਰਕੇ ਲੈ ਰਿਹਾ ਹੈਗਾ ਤੇ ਫਾਸਟ, ਪਰ ਫਿਰ ਵੀ ਜਿਹੜੇ ਰਹਿ ਗਏ ਉਹ ਤੁਸੀਂ ਤੁਹਾਡੇ ਨਾਲ ਸਿੱਧੇ ਸੰਪਰਕ ਵੀ ਜੀ ਮੈਂ ਇਨ ਦੀ ਐਂਡ ਆਲ ਗਿਵ ਮਾਈ ਨੰਬਰ ਆਲਸੋ ਜੀ। ਅੱਛਾ, ਇੱਕ ਬੜਾ ਅੱਛਾ ਸਵਾਲ ਇਹ ਆਇਆ ਵੀ ਜਿਹੜੇ ਵਰਕ ਪਰਮਿਟ ਦੇ ਲੋਕ ਨੇ, ਕੀ ਉਹ ਇਹ ਸਹੂਲਤ ਦਾ ਇਸਤੇਮਾਲ ਕਰ ਸਕਦੇ ਆ ਜਿਹੜਾ ਇਹ ਅਕਾਊਂਟ FHSA ਹੈ? Yes, absolutely. As long as you're tax payable.
ਜੇ ਤੁਸੀਂ ਜਿਸ ਤਰ੍ਹਾਂ ਦੀ RSP ਹੈ ਜੀ, ਤੁਸੀਂ RSP 'ਚ ਪਾ ਸਕਦੇ ਆ ਤੇ FHS 'ਚ ਵੀ ਪਾ ਸਕਦੇ ਆ ਸਰ। ਓਕੇ। ਸੋ ਜੇ ਹੁਣ ਆਪਾਂ ਗੱਲ ਕਰੀਏ ਜੀ, ਜੇ ਕੋਈ ਇੱਕ ਬੰਦਾ ਜਿਹੜਾ ਹੈਗਾ ਉਹ RRSP ਦੇ ਵਿੱਚ ਇਨਵੈਸਟ ਕਰਦਾ ਹੈ, ਦੈਨ ਕੀ ਇਹ ਇੱਕ ਗੁੱਡ ਆਈਡੀਆ ਹੈ? ਹੁਣ ਇਸ ਵੇਲੇ ਮਾਰਕੀਟ ਡਾਊਨ ਦੇ ਵਿੱਚ, ਤੁਸੀਂ ਇਸ ਸਿਨਾਰੀਓ ਦੇ ਵਿੱਚ, ਜਿਵੇਂ ਹੁਣ ਇਸ ਵੇਲੇ ਤੁਸੀਂ ਦੱਸਿਆ ਸਾਰੀਆਂ ਮਾਰਕੀਟ ਡਾਊਨ ਜਾ ਰਹੀਆਂ ਨੇ, ਜੀ ਵਾਰ ਦਾ ਸਮਾਂ ਹੈਗਾ, ਵਾਰ ਦੇ ਸਮੇਂ ਦੇ ਵਿੱਚ ਹਲੇ ਵੀ ਇਹ ਅਨਪ੍ਰੈਡਿਕਟੇਬਲ, ਵੋਲਾਟਾਈਲ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਹਲੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਕੋਈ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਇਨਵੈਸਟਰਸ ਨੂੰ ਤੁਸੀਂ ਇੱਕ ਕੀ ਆਪਣੀ ਵਧੀਆ ਰਾਏ ਦੇਣਾ ਚਾਹੋਗੇ? ਕਿਹੜੇ ਵਾਲੇ ਪਾਸੇ ਨੂੰ ਉਹਨਾਂ ਨੂੰ ਇਨਕਲਾਈਨ ਹੋਣਾ ਚਾਹੀਦਾ? ਦੇਖੋ ਸਰ, ਜੇ ਤੁਸੀਂ ਨੈਕਸਟ ਈਅਰ RSP ਫਰਵਰੀ 'ਚ ਲੈਣੀ ਆ ਜੀ, then you can start putting money now. It's called dollar cost average. ਜੀ, ਕਿਉਂਕਿ ਤੁਹਾਨੂੰ ਐਗਜ਼ੈਕਟਲੀ ਨਹੀਂ ਪਤਾ ਹੁੰਦਾ ਕਦੋਂ ਮਾਰਕੀਟ ਦਾ ਬਾਟਮ ਆਉਣਾ ਆ। ਠੀਕ ਹੈ, ਯੂ ਕੈਨ ਸਟਾਰਟ ਲੁਕਿੰਗ ਫॉर ਬਾਰਗੇਨ ਹੰਟਿੰਗ। ਤੁਸੀਂ ਥੋੜ੍ਹੇ ਸਾਰੇ ਹੁਣ ਪਾਣੇ ਸ਼ੁਰੂ ਕਰ ਸਕਦੇ ਆ। ਜੀ, ਸਪੋਜ਼ ਤੁਸੀਂ ਅਗਲੇ ਸਾਲ ਫਰਵਰੀ 'ਚ $10,000 ਦੀ RSP ਲੈਣੀ ਆ, 10,000 ਇਕੱਠੇ ਤੇ ਆਉਣੇ ਨਹੀਂ ਤੁਹਾਡੇ ਕੋਲ, ਜੀ, ਤੇ ਤੁਸੀਂ ਹੁਣ ਤੋਂ ਹੀ ਜੇ $2-2.5 ਮੰਥਲੀ ਪਾਣਾ ਸ਼ੁਰੂ ਕਰੋਗੇ ਤਾਂ ਤੁਸੀਂ ਜਿਹੜਾ ਹੈ ਫਰਵਰੀ ਤੱਕ 10,000 ਪਾ ਲਓਗੇ। ਜੀ, ਜੇ ਤੁਸੀਂ ਲੋਨ ਲੈ ਕੇ, ਬਹੁਤ ਸਾਰੇ ਕਈ ਸਰੋਤੇ ਲੋਨ ਲੈ ਕੇ ਵੀ ਇਨਵੈਸਟਮੈਂਟ ਕਰਦੇ ਨੇ RSP ਦੇ ਅੰਦਰ। ਇਹ ਵੀ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਵੀ ਲੋਨ ਲੈ ਕੇ ਜਾਂ ਇਸ ਤਰ੍ਹਾਂ ਬੋਰੋ ਕਰਕੇ ਜਿਹੜਾ ਹੈਗਾ ਇਨਵੈਸਟਮੈਂਟ ਕਰਨੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜੇ ਤਾਂ ਤੁਸੀਂ ਘਰ ਲੈਣਾ ਅਗਲੇ ਸਾਲ, ਠੀਕ ਹੈ ਜੀ, ਫਿਰ ਤੁਹਾਨੂੰ RSP 'ਚ ਪੈਸੇ ਪਾ ਦੇਣੇ ਚਾਹੀਦੇ ਆ। ਜੀ, ਠੀਕ ਹੈ, ਕਿਉਂਕਿ ਤੁਸੀਂ ਅਗਲੇ ਸਾਲ ਜਦੋਂ ਅੰਡਰ ਫਸਟ ਹੋਮ ਬਾਇਰ ਪਲਾਨ RSP 'ਚ ਪੈਸੇ ਕਢਾ ਲੈਣੇ ਆ, ਉਹ 'ਚ ਤੁਹਾਨੂੰ ਕੋਈ ਜ਼ਿਆਦਾ ਇੰਟਰਸਟ ਵੀ ਨਹੀਂ ਤੁਹਾਨੂੰ ਦੇਣਾ ਪੈਣਾ ਜੀ, ਲੇਕਿਨ ਤੁਸੀਂ ਇਹ ਆਪਣੀ ਇਨਕਮ 'ਚੋਂ ਮਾਈਨਸ ਕਰ ਲੈਣੇ ਆ। ਪਰ ਜੇ ਸਪੋਜ਼ ਤੁਸੀਂ ਹਲੇ ਘਰ ਨਹੀਂ ਲੈਣਾ 2-4-5 ਸਾਲ, ਫਿਰ ਆਮ ਨਾਟ ਇਨ ਅ ਫੇਵਰ ਆਫ ਕਿ ਤੁਸੀਂ ਲੋਨ ਲੈ ਕੇ RSP ਦੇ ਅੰਦਰ ਇਨਵੈਸਟਮੈਂਟ ਕਰੋ, ਕਿਉਂਕਿ RSP ਇਜ਼ ਅ ਟੈਕਸ ਡਿਫਰਲ, ਇਟਸ ਨਾਟ ਅ ਟੈਕਸ ਸੇਵਿੰਗ। ਕਿਉਂਕਿ ਜੇ ਤੁਹਾਨੂੰ ਲੱਗਦਾ ਹੈ, ਹਾਂ ਕੁਡ ਬੀ ਅ ਸਪਾਊਸਲ RSP, ਡਿਪੈਂਡ ਕਰਦਾ ਹੈ ਬਈ ਜੇ ਤੁਹਾਡਾ ਸਪਾਊਸ ਦੇ ਨਾਲ ਡਿਸਪੈਰਿਟੀ ਆਫ ਇਨਕਮ ਹੈ, ਸਪਾਊਸ ਦੀ ਇਨਕਮ ਘੱਟ ਹੈਗੀ ਹੈ, ਦੈਨ ਸਪਾਊਸਲ RSP ਮੇ ਬੀ ਅ ਬੈਟਰ ਚੋਇਸ। ਪਰ ਇਹ ਚੀਜ਼ਾਂ ਤੁਸੀਂ ਫਰਵਰੀ 'ਚ ਵੀ ਕਰ ਸਕਦੇ ਆ, ਲੋਨ ਤੁਹਾਨੂੰ ਹੁਣ ਲੈਣ ਦੀ ਲੋੜ ਨਹੀਂ, ਬੋਰੋ ਕਰਨ ਦੀ ਲੋੜ ਨਹੀਂ ਹੈ ਜੀ। ਸੋ ਸਰ, ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਅੱਜ ਦੀ ਗੱਲਬਾਤ ਨੂੰ ਜਿਹੜਾ ਹੈ ਉਹ ਸਮਾਪਤੀ ਵੱਲ ਨੂੰ ਚੱਲੀਏ, ਤੁਹਾਡੇ ਕੋਈ ਕਲੋਜ਼ਿੰਗ ਕਮੈਂਟਸ ਤੇ ਜਿਹੜੇ ਦੋਸਤ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ? Sure, sir. Any question they have about the FHSA, TFSA, First Home Saving Account online ਖੋਲ੍ਹਣਾ ਆ, from October 23rd we will have a portal. ਅਸੀਂ ਆਨਲਾਈਨ ਆਪਣੇ ਕਲਾਇੰਟਸ ਦੇ ਅਕਾਊਂਟ ਖੋਲਾਂਗੇ ਜੀ, ਤੇ ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, 416-573-4798, ਪੰਜਾਬੀ 'ਚ 416-573-4798। ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਗਲੇ ਹਫਤੇ ਫਿਰ ਆਪਾਂ ਜਿਹੜਾ ਹੈਗਾ ਉਹ ਮਾਰਕੀਟ ਅਪਡੇਟ ਦੇ ਵਿੱਚ ਤੁਹਾਡਾ ਇੰਤਜ਼ਾਰ ਕਰਾਂਗੇ। ਥੈਂਕ ਯੂ ਜਤਿੰਦਰ ਜੀ।